ਸੋ ਬਸ ਉਹ ਜਿਹੜੀ ਰੀਅਲ ਏਸਟੇਟ ਦੀ ਇਸ ਵੇਲੇ ਸਥਿਤੀ ਬਣੀ ਹੋਈ ਆ, ਹੁਣ ਅਸੀਂ ਵੇਖਿਆ ਵੀ ਕਿਸ ਹਿਸਾਬ ਨਾਲ ਅੰਨ੍ਹੇਵਾਹ ਕੀਮਤਾਂ ਵਧੀਆਂ ਨੇ ਤੇ ਪਿਛਲੇ ਸਾਲ ਦੌਰਾਨ ਡਿਸਪਾਈਟ ਦੀ ਪੈਂਡੈਮਿਕ ਉਹ ਰਿਪੋਰਟਸ ਅਸੀਂ ਰੈਗੂਲਰਲੀ ਸਾਂਝੀਆਂ ਕਰਦੇ ਰਹਿੰਦੇ ਹਾਂ। ਹੁਣ ਇਹਦੇ ਵਿੱਚ ਇੱਕ ਹੋਰ ਫਰਦਰ ਗੱਲ ਇਹ ਆ ਰਹੀ ਹੈ ਵੀ ਬੈਂਕ ਆਫ ਕੈਨੇਡਾ ਵਾਸਤੇ ਵੀ ਬਹੁਤ ਮੁਸ਼ਕਿਲ ਸਥਿਤੀ ਬਣ ਗਈ ਹੈ। ਹੁਣ ਕੁਝ ਮਾਹਰਾਂ ਦਾ ਇਹ ਮੰਨਣਾ ਵੀ ਬੈਂਕ ਆਫ ਕੈਨੇਡਾ ਨੂੰ ਇੰਜ ਪ੍ਰਤੀਤ ਹੋਣ ਲੱਗ ਗਿਆ ਕਿ ਜੇ ਕਿਤੇ ਅਸੀਂ ਬਹੁਤੀ ਹਿਲਜੁਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜੇ ਕੋਈ ਬਹੁਤੇ ਵਾਰਨਿੰਗ ਸਿਗਨਲਸ ਅਸੀਂ ਦੇਣ ਲੱਗ ਗਏ ਅਬਾਊਟ ਦੀ ਹਾਊਸਿੰਗ ਮਾਰਕੀਟ, ਤਾਂ ਕਿਤੇ ਅਸੀਂ ਆਪਣੀਆਂ ਗੱਲਾਂ ਕਰਕੇ ਹੀ ਉਸ ਤਰ੍ਹਾਂ ਦਾ ਰਿਸੈਸ਼ਨ ਇੱਥੇ ਟ੍ਰਿਗਰ ਕਰ ਦਈਏ ਜਿਹੋ ਜਿਹਾ 2008 ਦੇ ਵਿੱਚ US ਦੇ ਵਿੱਚ ਵੇਖਣ ਨੂੰ ਮਿਲਿਆ ਸੀ, ਜਿਹਦੇ ਕਰਕੇ ਸਾਨੂੰ ਪਤਾ ਵੀ ਕਿੰਨਾ ਜ਼ਿਆਦਾ ਖਰਾਬਾ ਹੋਇਆ ਸੀ ਤੇ ਉਹਦਾ ਰਿਪਲ ਇਫੈਕਟ ਬੜੀ ਦੂਰ ਤੱਕ ਮਹਿਸੂਸ ਤੇ ਬੜੇ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਗਿਆ ਸੀ। ਹੁਣ ਇੱਥੇ ਕੀ ਆ ਕਿ US ਦੇ ਵਿੱਚ ਵੀ ਵੱਧ ਚੜ੍ਹ ਕੇ ਲੋਕਾਂ ਨੇ ਕਰਜ਼ੇ ਲਏ ਹੋਏ ਸੀ, ਵੱਡੀਆਂ ਵੱਡੀਆਂ ਮੌਰਗੇਜਿਸ ਸੀਗੀਆਂ, ਰਿਸਕੀ ਲੋਨਸ ਸੀਗੇ ਤੇ ਕੀ ਕੈਨੇਡਾ ਦੇ ਵਿੱਚ ਵੀ ਹਾਲਾਤ ਅਜਿਹੇ ਬਣਦੇ ਜਾ ਰਹੇ ਨੇ। ਹੁਣ ਕੁਝ ਲੋਕਾਂ ਦਾ ਇਹ ਮੰਨਣਾ ਕਿ ਡਿਫਾਲਟ ਰੇਟ ਬਹੁਤ ਘੱਟ ਆ, ਸੋ ਇਸ ਕਰਕੇ ਕੋਈ ਫਿਕਰ ਦੀ ਗੱਲ ਨਹੀਂ, ਪਰ ਇਹ ਹਾਲਾਤ ਕਿੰਨੀ ਦੇਰ ਤੱਕ ਅਜਿਹੇ ਚੱਲਦੇ ਰਹਿ ਸਕਦੇ ਨੇ। ਹੁਣ ਕੈਨੇਡਾ ਦੇ ਵਿੱਚ ਜਿਹੜੀ ਰੀਅਲ ਏਸਟੇਟ ਦੀ ਵੈਲਿਊ ਆ ਸਾਲ 2020 ਦੇ ਵਿੱਚ ਟੋਟਲ, ਜੇ ਤੁਸੀਂ ਸਾਰੇ ਰੀਅਲ ਏਸਟੇਟ ਦੀ ਵੈਲਿਊ ਨੂੰ ਟੋਟਲ ਕਰ ਲਓ, ਉਹ $6.1 ਟ੍ਰਿਲੀਅਨ ਬਣਦੀ ਆ। 6.1 ਟ੍ਰਿਲੀਅਨ ਜੋ ਕਿ ਕੈਨੇਡੀਅਨ GDP ਤੋਂ 300% ਵੱਧ ਆ ਜੀ। ਤੇ US ਦੇ ਵਿੱਚ ਇਹ ਅੰਕੜਾ 170% ਹੈ। ਸੋ ਉੱਥੋਂ ਦੀ ਟੋਟਲ ਰੀਅਲ ਏਸਟੇਟ ਦੀ ਵੈਲਿਊ US ਦੀ GDP ਦਾ 170%। ਸੋ ਮਤਲਬ 1.7 ਟਾਈਮਸ। ਸੋ ਇਹ ਹੁਣ ਦੇਖਿਆ ਜਾਵੇ ਤੇ ਵੀਰੇ ਵੱਡੀ ਗੱਲ ਇਹ ਆ ਕਿ ਜਿਹੜਾ ਅਕਸਰ ਕਿਹਾ ਜਾਂਦਾ ਵੀ ਇਕਨੋਮਿਕਸ ਡਜ਼ ਨਾਟ ਹੈਪਨ ਇਨ ਅ ਵੈਕਿਊਮ। ਜੀ ਜੇ ਹੁਣ ਇਹਦੇ ਨਾਲ ਜਿਹੜੀ ਗੱਲ ਆ ਵੀ ਬੈਂਕ ਆਫ ਕੈਨੇਡਾ ਨੂੰ ਤਾਂ ਪਤਾ ਹੀ ਆ ਸਾਰਾ ਕੁਝ, ਅਸੀਂ ਇੱਥੇ ਬਹਿ ਕੇ ਗੱਲ ਕਰ ਰਹੇ ਹਾਂ, ਅਸੀਂ ਕੋਈ ਬਹੁਤ ਵੱਡੇ ਕੋਈ ਇਕਨੋਮਿਸਟ ਹੈ ਨਹੀਂ, ਬੈਂਕ ਆਫ ਕੈਨੇਡਾ ਨੂੰ ਵੀ ਪਤਾ। ਪਰ ਗੱਲ ਇਹ ਹੈ ਕਿ ਜਿਹੜੀ ਓਮਿਕਰੋਨ ਹੁਣ ਵੇਰੀਐਂਟ ਆ ਗਿਆ ਨਵਾਂ, ਉਹਦੇ ਕਰਕੇ ਜਿਹੜੀ ਇੱਕ ਅਨਿਸ਼ਚਿਤਤਾ ਬਣ ਗਈ, ਉਹਦੇ ਬਾਰੇ ਨਹੀਂ ਪਤਾ ਕਿ ਹੁਣ ਕਿੱਧਰਲੇ ਪਾਸੇ ਜਾਣੀ ਹੈ ਇਕਨੋਮੀ। ਹੁਣ ਪਤਾ ਲੱਗ ਰਿਹਾ ਕਿ ਇਨਫਲੇਸ਼ਨ ਵੱਧ ਰਹੀ ਹੈ, ਬੈਂਕ ਆਫ ਕੈਨੇਡਾ ਨੂੰ ਵੀ ਪਤਾ ਕਿ ਜੇਕਰ ਅਸੀਂ ਇੰਟਰਸਟ ਰੇਟ ਵਧਾਵਾਂਗੇ ਇਹਦੇ ਨਾਲ ਇਨਫਲੇਸ਼ਨ ਕੰਟਰੋਲ ਹੋ ਜਾਏਗੀ। ਪਰ ਚੱਕਰ ਇਹ ਹੈ ਕਿ ਉਧਰੋਂ ਪਤਾ ਨਹੀਂ ਦੂਜੇ ਪਾਸੋਂ ਕਿ COVID-19 ਦੇ ਕੀ ਹਾਲਾਤ ਨੇ। ਸੋ ਜੇਕਰ ਸਥਿਤੀ ਦੁਬਾਰਾ ਇਕਨੋਮੀ ਜੇਕਰ ਦੁਬਾਰਾ ਡਿਫਲੇਸ਼ਨ ਵੱਲ ਜਾਣ ਲੱਗ ਪਈ, ਇਧਰੋਂ ਇੰਟਰਸਟ ਰੇਟ ਚੱਕਤੇ ਤੇ ਉਹਦਾ ਫਿਰ ਜਿਹੜਾ ਉਹ ਕਹਿ ਲਓ ਵੀ ਕਿਊਮੂਲੇਟਿਵ ਇਫੈਕਟ ਜਿਹੜਾ ਬਹੁਤ ਜ਼ਿਆਦਾ ਮਾੜਾ ਹੋ ਜਾਏਗਾ, ਇਕਨੋਮੀ ਬਹੁਤ ਖਰਾਬ ਇਫੈਕਟ ਹੋ ਸਕਦਾ। ਅੱਛਾ, ਇੱਕ ਹੋਰ ਚੱਕਰ ਹੈ ਇਸੇ ਸਾਰੀ ਸਥਿਤੀ ਦੇ ਵਿੱਚ ਕੈਨੇਡਾ ਦੇ ਵਿੱਚ, ਜੇ ਤੁਸੀਂ ਟੋਟਲ ਕਰਕੇ ਵੇਖੋ ਨਾ ਲੋਕਾਂ ਦੇ ਬੈਂਕ ਅਕਾਊਂਟਸ ਦੇ ਵਿੱਚ ਕਿੰਨੇ ਪੈਸੇ ਪਏ ਨੇ, ਉਹ $65 ਬਿਲੀਅਨ ਬਣਦਾ ਤਕਰੀਬਨ। ਤੇ ਇੱਕ ਬਹੁਤ ਸੀਨੀਅਰ ਬੈਂਕਰ ਸੀ, ਉਹ ਮੇਰੇ ਨਾਲ ਰੀਸੈਂਟਲੀ ਗੱਲ ਕਰ ਰਹੇ ਸੀ, ਕਹਿੰਦੇ ਪਹਿਲਾਂ ਕੀ ਹੁੰਦਾ ਸੀ ਕਿ ਲੋਕਾਂ ਨੇ ਉਹ ਪੈਸੇ ਨਾ ਲਾਏ ਹੁੰਦੇ ਸੀ, ਜਿਵੇਂ ਫਿਕਸ ਡਿਪੋਜ਼ਿਟ, ਉਹਨੂੰ ਟਰਮ ਡਿਪੋਜ਼ਿਟਸ ਪਾਏ ਹੁੰਦੇ ਸੀ। ਕਹਿੰਦੇ ਹੁਣ ਉਹ ਅਕਾਊਂਟਸ ਦੇ ਵਿੱਚ ਹੀ ਪਏ ਨੇ, ਉਹ ਫਲੂਇਡ ਪਿਆ ਕੈਸ਼। ਕਹਿੰਦੇ ਉਹਦਾ ਰੀਜ਼ਨ ਇਹ ਹੈ ਕਿ ਲੋਕਾਂ ਨੂੰ ਹੁਣ ਐਵਰੀਬਡੀ ਇਜ਼ ਲੁਕਿੰਗ ਫॉर ਐਨ ਇਨਵੈਸਟਮੈਂਟ ਓਪਰਚੁਨਿਟੀ ਐਂਡ ਦੈਟ ਟੂ ਇਨ ਰੀਅਲ ਏਸਟੇਟ। ਆਲਸੋ ਜਦੋਂ ਵੀ ਕੋਈ ਇੱਦਾਂ ਦੀ ਆਉਂਦੀ ਹੈਗੀ ਹੈ ਕੋਈ ਡਾਊਨ ਟਰਨ ਇਕਨੋਮੀ ਦੇ ਵਿੱਚ, ਜਦੋਂ ਸਾਈਨਸ ਹੋਣ ਕਿ ਪਤਾ ਨਹੀਂ ਰਿਸੈਸ਼ਨ ਕਦੋਂ ਆ ਜਾਣੀ, ਜਦੋਂ ਇੰਨੀ ਅਨਸਰਟਨਟੀ ਹੋਵੇ, ਹਰ ਬੈਂਕਰ ਜਿਹੜਾ ਇਨਵੈਸਟਮੈਂਟ ਬੈਂਕਰ ਹੈ ਉਹੀ ਸਲਾਹ ਦਿੰਦਾ ਆਪਣੇ ਕਲਾਇੰਟ ਨੂੰ ਲਿਕੁਇਡਿਟੀ ਬਣਾ ਕੇ ਰੱਖੋ, ਆਪਣੇ ਕੈਸ਼ ਰੱਖੋ। ਅੱਛਾ, ਇੱਕ ਹੋਰ ਹੈ ਨਾ, ਲੋਕੀ ਟਰਮ ਡਿਪੋਜ਼ਿਟ ਵੀ ਤਾਂ ਨਹੀਂ ਕਰਦੇ ਕਿਉਂਕਿ ਇੰਟਰਸਟ ਰੇਟ ਜਿਉਂ-ਜਿਉਂ ਦੇਖੋ, ਜੇ ਪ੍ਰਾਈਮ ਰੇਟ ਘੱਟ ਹੈ, ਜੇ ਕਰਜ਼ਿਆਂ ਦਾ ਰੇਟ ਘੱਟ ਹੈ, ਤਾਂ ਜਿਹੜੇ ਬੈਂਕ ਨੇ ਤੁਹਾਨੂੰ ਟਰਮ ਡਿਪੋਜ਼ਿਟ ਤੇ ਮਾੜੇ ਮੋਟੇ ਇੱਥੇ ਦਿੰਦੇ ਨੇ ਕੋਈ ਵਿਆਜ, ਉਹ ਵੀ ਬਹੁਤ ਘੱਟ ਜਾਂਦਾ। ਸੋ ਬੰਦਾ ਕਹਿੰਦਾ ਵੀ ਉੱਥੇ ਲੌਕ ਇਨ ਕਰਨ ਨਾਲੋਂ ਬੈਟਰ ਹੈ ਕਿ ਆਪਣੇ ਕੋਲ ਸੇਵਿੰਗ ਅਕਾਊਂਟ 'ਚ ਹੀ ਰੱਖੋ, ਹੋ ਸਕਦਾ ਕੋਈ ਰੀਅਲ ਏਸਟੇਟ ਇਨਵੈਸਟਮੈਂਟ ਓਪਰਚੁਨਿਟੀ ਆ ਜਾਵੇ। ਹੁਣ ਇੱਥੇ ਕੈਨੇਡਾ ਦੇ ਵਿੱਚ ਲੋਕ ਬਿਜ਼ਨੈਸਿਸ ਨਾਲੋਂ ਜ਼ਿਆਦਾ ਪੈਸੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਇਨਵੈਸਟ ਕਰ ਰਹੇ ਨੇ। ਬਸ ਉਹ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਰੀਅਲ ਏਸਟੇਟ ਦੇ ਵਿੱਚ ਟੋਟਲ ਸਿਰਫ ਪਹਿਲੇ 3 ਮਹੀਨਿਆਂ ਦੇ ਅੰਕੜੇ ਨੇ, ਇਹ ਜਨਵਰੀ ਤੋਂ ਮਾਰਚ ਦੇ, $248 ਬਿਲੀਅਨ ਇਨਵੈਸਟ ਕੀਤਾ ਗਿਆ, ਜਿਹੜਾ ਕਿ ਪਿਛਲੇ ਸਾਲ ਦੇ ਪਹਿਲੇ 3 ਮਹੀਨਿਆਂ ਦੇ ਮੁਕਾਬਲੇ 42% ਜ਼ਿਆਦਾ ਹੈ। ਤੇ ਹੁਣ ਤੁਸੀਂ ਇਹ ਦੇਖੋ ਕਿ ਖਾਸ ਤੌਰ ਤੇ BC ਦੇ ਵਿੱਚ ਜਿਹੜੀ ਪ੍ਰੋਬਲਮ ਸਭ ਤੋਂ ਜ਼ਿਆਦਾ ਹੈ, BC ਦੇ ਵਿੱਚ ਕੈਨੇਡਾ ਦੇ ਜੋ ਓਵਰਆਲ ਦੇਖੋ 13% ਪਾਪੂਲੇਸ਼ਨ, ਕੈਨੇਡੀਅਨ ਪਾਪੂਲੇਸ਼ਨ BC ਦੇ ਵਿੱਚ ਹੈ। ਤੇ ਜੇਕਰ ਤੁਸੀਂ ਘਰਾਂ ਦਾ ਸਟਾਕ ਦੇਖੋ, ਹਾਊਸਿੰਗ ਸਟਾਕ, ਸੋ ਸਮ ਟੋਟਲ ਆਫ ਦ ਵੈਲਿਊ ਆਫ ਆਲ ਦ ਹਾਊਸਿਸ ਇਨ ਕੈਨੇਡਾ ਦੇ ਵਿੱਚ ਰੀਅਲ ਏਸਟੇਟ ਦੀ ਜਿੰਨੀ ਵੀ ਵੈਲਿਊ ਹੈ, ਸੋ ਜਿੰਨਾ ਆਪਾਂ ਪਹਿਲਾਂ ਦੱਸਿਆ ਕਿ 6.1 ਟ੍ਰਿਲੀਅਨ ਸੀ ਪਿਛਲੇ ਸਾਲ, ਸੋ ਉਹਦਾ 24% ਜਿਹੜਾ ਉਹ BC ਦੇ ਵਿੱਚ ਹੈ। ਸੋ 13% ਆਬਾਦੀ ਹੈ, ਪਰ 24% ਆਫ ਦ ਰੀਅਲ ਏਸਟੇਟ ਵੈਲਿਊ ਆਫ ਦ ਕੰਟਰੀ, ਹਾਊਸਿੰਗ ਸਟਾਕ ਵੈਲਿਊ ਇਜ਼ ਇਨ BC। ਸੋ ਇਸ ਕਰਕੇ ਕਹਿੰਦੇ ਵੀ ਜੇ ਕਿਤੇ ਕੋਈ ਕਰੈਕਸ਼ਨ ਹੁੰਦੀ ਆ ਤਾਂ BC ਵਾਸਤੇ ਉਹ ਬਹੁਤ ਮੁਸ਼ਕਲਾਂ ਬਣ ਸਕਦੀਆਂ ਨੇ। ਪਰ ਵਾਸੂ ਇਹ ਗੱਲਾਂ ਨਾ ਬੜੇ ਲੰਮੇ ਸਮੇਂ ਤੋਂ ਚੱਲ ਰਹੀਆਂ ਨੇ, ਪਰ BC ਦੇ ਵਿੱਚ ਇੱਕ ਸਭ ਤੋਂ ਵੱਡਾ ਆਈ ਥਿੰਕ ਜਿਹੜਾ ਸਕੋਰਿੰਗ ਪੁਆਇੰਟ ਆ ਉਹ ਹੈ ਇੱਥੇ ਦਾ ਮੌਸਮ, ਇੱਥੇ ਦੀ ਜਿਹੜੀ ਰਹਿਣੀ ਬਹਿਣੀ ਆ ਉਹ ਲੋਕਾਂ ਨੂੰ ਆਕਰਸ਼ਿਤ ਕਰਦੀ ਆ। ਪਰ ਇਹ ਨਾ ਭੁੱਲੀਏ, ਹੁਣ ਜਿਸ ਹਿਸਾਬ ਦਾ ਕਲਾਈਮੇਟ ਚੇਂਜ, ਜਿਸ ਤਰ੍ਹਾਂ ਦੀ ਇਹ ਸਥਿਤੀਆਂ ਬਣੀਆਂ ਹੋਈਆਂ ਨੇ, ਇਹ ਉਸ ਖਿੱਚ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀਆਂ ਨੇ। ਸੋ ਹੋਪਫੁਲੀ ਨਾ ਉਹ ਸਾਰਾ ਕੁਝ ਠੀਕ ਠਾਕ ਰਵੇ। ਇੱਕ ਗੱਲ ਹੋਰ ਆ, ਜਦੋਂ ਗੱਲ ਹੁੰਦੀ ਵੀ ਕਿਹੜੀ ਮਾਰਕੀਟ ਹੈ ਜਿੱਥੇ ਰੀਅਲ ਏਸਟੇਟ ਬਬਲ ਦਾ ਸਭ ਤੋਂ ਜ਼ਿਆਦਾ ਖਤਰਾ, ਤੇ ਮੋਸਟ ਐਟ ਰਿਸਕ ਆਫ ਅ ਬਬਲ, ਕਹਿੰਦੇ ਸੈਕਿੰਡ ਨੰਬਰ ਤੇ ਦੁਨੀਆ ਭਰ ਦੇ ਵਿੱਚ ਉਹ ਹੈ ਟੋਰਾਂਟੋ ਦਾ ਇਲਾਕਾ, ਗ੍ਰੇਟਰ ਟੋਰਾਂਟੋ। ਵੈਨਕੂਵਰ ਦੇ ਇਲਾਕੇ ਦਾ ਨੰਬਰ ਇਹਨਾਂ ਸਾਰੇ ਅੰਕੜਿਆਂ ਦੇ ਬਾਵਜੂਦ
ਦੁਨੀਆ ਭਰ ਦੇ ਵਿੱਚ ਐਟ ਰਿਸਕ ਆਫ ਬੀਇੰਗ ਅ ਰੀਅਲ ਏਸਟੇਟ ਬਬਲ 6ਵੇਂ ਨੰਬਰ ਤੇ ਆਉਂਦਾ। 6ਵੇਂ ਨੰਬਰ ਤੇ ਆ। ਹੁਣ ਗੱਲ ਇਹ ਹੈ ਕਿ ਆਪਾਂ ਸਾਰੀ ਗੱਲ ਕੀਤੀ ਤੇ ਜਿਹੜਾ ਕੋਈ ਲਿਸਨਰ ਸੁਣ ਰਿਹਾ ਹੋਏਗਾ ਉਹਨੇ ਕਹਿਣਾ ਯਾਰ ਬੈਂਕ ਆਫ ਕੈਨੇਡਾ ਫਿਰ ਰੇਟ ਆਫ ਇੰਟਰਸਟ ਕਿਉਂ ਨਹੀਂ ਵਧਾਉਂਦਾ ਜੇਕਰ ਜਿਹੜੀ ਸਿਚੁਏਸ਼ਨ ਇੰਨੀ ਖਰਾਬ ਹੈ। ਪਰ ਤੁਸੀਂ ਇਹ ਦੇਖੋ ਵੀ ਫੋਰਨ ਬਾਇਰਸ ਟੈਕਸ ਲਗਾ ਕੇ ਦੇਖ ਲਿਆ, ਐਂਟੀ ਹੋਮਸ ਟੈਕਸ ਲਗਾ ਕੇ ਦੇਖ ਲਿਆ, ਸਪੈਕੂਲੇਸ਼ਨ ਟੈਕਸ ਲਗਾ ਕੇ ਦੇਖ ਲਿਆ, ਮਾਰਗੇਜ ਸਟ੍ਰੈਸ ਟੈਸਟ ਲਗਾ ਕੇ ਦੇਖ ਲਿਆ। ਬੈਂਕ ਆਫ ਕੈਨੇਡਾ ਨੂੰ ਵੀ ਤਾਂ ਪਤਾ ਹੀ ਹੈ ਕਿ ਇੰਟਰਸਟ ਰੇਟ ਵਧਾਉਣਾ ਬਹੁਤ ਸੌਖਾ ਕੰਮ ਹੈ, ਪਰ ਉਹ ਇੰਨਾ ਸੌਖਾ ਹੈ ਨਹੀਂ। ਇੰਨਾ ਸੌਖਾ ਹੈ ਨਹੀਂ, ਇੰਨਾ ਸਿੱਧਾ ਪੱਧਰਾ ਕੰਮ ਨਹੀਂ ਆ ਉਹ, ਕਿਉਂਕਿ ਉਹ ਸਿਰਫ ਹਾਊਸਿੰਗ, ਜੇ ਇੰਟਰਸਟ ਰੇਟ ਵਧਣਗੇ ਉਹਦੇ ਨਾਲ ਸਿਰਫ ਹਾਊਸਿੰਗ ਸੈਕਟਰ ਹੀ ਪ੍ਰਭਾਵਿਤ ਨਹੀਂ ਹੋਣਾ, ਪੂਰੀ ਦੀ ਪੂਰੀ ਇਕਨੋਮੀ, ਮੈਨੂਫੈਕਚਰਿੰਗ, ਕੰਸਟਰਕਸ਼ਨ ਸਾਰਾ ਕੁਝ ਪ੍ਰਭਾਵਿਤ ਹੋਣਾ। ਜੀ ਬਿਲਕੁਲ। ਇਹ ਨਹੀਂ ਉਹ ਬੈਂਕ ਆਫ ਕੈਨੇਡਾ ਚਾਹੁੰਦਾ ਕਿ ਅਸੀਂ ਇੰਟਰਸਟ ਰੇਟ ਵਧਾਈਏ, ਉਧਰੋਂ ਕੋਵਿਡ-19 ਦਾ ਹੋਰ ਪ੍ਰਕੋਪ ਵੱਧ ਜਾਵੇ ਤੇ ਕੰਮ ਡਿਫਲੇਸ਼ਨ ਵੱਲ ਚੱਲ ਜਾਵੇ। ਬਸ ਉਹ 2018 ਦੇ ਵਿੱਚ ਇੱਕ ਸਮਾਂ ਇਹ ਸੀ, ਇਹ ਲੱਗਦਾ ਸੀ ਕਿ ਹੁਣ ਨਾ ਇੰਟਰਸਟ ਰੇਟ ਵਧਣੇ ਹੀ ਵਧਣੇ ਨੇ ਅੱਗੇ ਜਾ ਕੇ, ਤੇ ਲੋਕਾਂ ਨੇ ਆਪਣੀਆਂ ਮੌਰਗੇਜਿਸ ਫਿਕਸ ਕਰਾ ਲਈਆਂ ਸੀ। ਆਫ ਕੋਰਸ ਪੈਂਡੈਮਿਕ ਦਾ ਕਿਹਨੂੰ ਪਤਾ ਸੀ, ਉਸ ਤੋਂ ਬਾਅਦ ਇੰਟਰਸਟ ਰੇਟ ਇਸ ਕਦਰ ਡਿੱਗਿਆ ਤੇ ਜਿਨ੍ਹਾਂ ਨੇ ਉਦੋਂ ਫਿਕਸਡ ਮੌਰਗੇਜ ਕਰਾ ਲਈ ਸੀ ਉਹਨਾਂ ਨੂੰ ਲੱਗਦਾ ਸੀ ਵੀ ਯਾਰ ਗਲਤੀ ਕਰਤੀ, ਪਰ ਉਸ ਸਮੇਂ ਦੇ ਮੁਤਾਬਕ ਉਹ ਫੈਸਲਾ ਸਹੀ ਸੀ। ਐਂਡ ਪੈਂਡੈਮਿਕ ਨੇ ਇਹ ਚੀਜ਼ ਚੰਗੀ ਤਰ੍ਹਾਂ ਸਮਝਾਤੀ ਹੈ ਕਿ ਜਦੋਂ ਅਨਸਰਟਨਟੀ ਆਉਂਦੀ ਹੈ ਮਾਰਕੀਟ ਦੇ ਵਿੱਚ ਤੇ ਕਿਸ ਤਰ੍ਹਾਂ ਦੇ ਫੈਕਟਰਸ ਹੁੰਦੇ ਨੇ, ਇੱਕਦਮ ਹੀ ਜਿਹੜੇ ਫੰਡਾਮੈਂਟਲਸ ਉਹਨਾਂ ਨੂੰ ਮੁੱਦੇ ਮੂੰਹ ਸੁੱਟ ਲੈਂਦੇ ਨੇ। ਹੁਣ ਤੁਸੀਂ ਦੇਖ ਲਓ, ਇੱਕ ਹਫ਼ਤਾ ਪਹਿਲਾਂ ਤੱਕ ਅਸੀਂ ਬੜੇ ਸਰਟਨਟੀ ਨਾਲ ਕਹਿ ਸਕਦੇ, 2 ਹਫ਼ਤੇ ਪਹਿਲਾਂ ਤੱਕ ਕਿ ਜੀ ਅਗਲੇ ਸਾਲ ਜਿਹੜਾ ਇੰਟਰਸਟ ਰੇਟ ਆ ਬੈਂਕ ਆਫ ਕੈਨੇਡਾ ਨੇ ਵਧਾਣਾ ਹੀ ਵਧਾਣਾ। ਪਹਿਲੀ ਵਾਰ ਮਾਰਚ ਜਾਂ ਅਪ੍ਰੈਲ ਵਿੱਚ, ਉਸ ਤੋਂ ਬਾਅਦ 3 ਜਾਂ 4 ਵਾਰ ਅਗਲੇ ਸਾਲ ਵੱਧ ਸਕਦਾ ਅਗਲੇ ਸਾਲ ਦੇ ਅੰਦਰ ਅੰਦਰ। ਪਰ ਟੁਡੇ ਵੀ ਕੈਨਟ ਸੇ ਦੈਟ ਫॉर ਸਰਟਨ।